ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ 8th ਕਲਾਸ ਦੀ ਸਾਇੰਸ ਦੀ ਬੁੱਕ ਦਾ ਚੈਪਟਰ ਨੰਬਰ 15 ਸਮ ਨੈਚੁਰਲ ਫਿਨੋਮੀਨਾ ਕੁਝ ਕੁਦਰਤੀ ਵਰਤਾਰੇ। ਆਓ ਉਸ ਚੈਪਟਰ ਦੀ ਐਕਸਰਸਾਈਜ਼ਸ ਤੇ ਉਹਦੇ ਜਿਹੜੇ ਸੋਲੂਸ਼ਨਸ ਨੇ ਉਹ ਇਸ ਵੀਡੀਓ ਵਿੱਚ ਤੁਹਾਡੇ ਲਈ ਲੈ ਕੇ ਆ ਰਹੇ ਹਾਂ। ਸੋ ਤੁਸੀਂ ਸਾਰੇ ਆਪਣੀ ਨੋਟਬੁੱਕ ਖੋਲ ਲਓ ਤੇ ਸਵਾਲ ਤੁਹਾਡੇ ਕੋਲ ਆਲਰੇਡੀ ਹੈਗੇ ਨੇ ਜੋ ਤੁਹਾਡੀ ਕਿਤਾਬ 'ਚ ਨੇ। ਉੱਤੇ ਬੇਸ਼ੱਕ ਸਵਾਲ ਦਾ ਸਪੇਸ ਛੱਡ ਦੇਵੋ ਜਾਂ ਇਕੱਲਾ ਨੰਬਰ ਲਿਖ ਲਵੋ ਤੇ ਇਹਦੇ ਆਨਸਰਸ ਜਿਹੜੇ ਹੈਗੇ ਨੇ ਉਹ ਸਾਰੇ ਤੁਸੀਂ ਇਸ ਵੀਡੀਓ ਨੂੰ ਦੇਖ ਕੇ ਪੌਜ਼ ਕਰਕੇ ਕਾਪੀ ਡਾਊਨ ਕਰ ਲੈਣੇ ਨੇ। ਫਿਰ ਉਹ ਆਨਸਰਸ ਨੂੰ ਦੋ ਤਿੰਨ ਵਾਰ ਆਰਾਮ ਨਾਲ ਪੜ੍ਹ ਲੈਣਾ ਉੱਚੀ ਉੱਚੀ ਤੇ ਉਹ ਤੁਹਾਡੇ ਮੂੰਹ ਤੇ ਚੜ ਜਾਣਗੇ ਤੇ ਬਾਅਦ ਚੋਂ ਤੁਸੀਂ ਐਜ਼ ਪਰ ਯੂਅਰ ਜਿੱਦਾਂ ਤੁਹਾਡਾ ਰੂਟੀਨ ਬਣਿਆ ਹੋਮਵਰਕ ਦਾ ਕਰਨ ਦਾ ਸਟੱਡੀ ਦਾ ਉਹਨੂੰ ਤੁਸੀਂ ਰਿਵਾਈਜ਼ ਕਰਕੇ ਉਹਨੂੰ ਪੱਕਾ ਕਰ ਲੈਣਾ, ਯਾਦ ਕਰ ਲੈਣਾ। ਠੀਕ, ਸੋ ਆਓ ਸ਼ੁਰੂ ਕਰੀਏ। ਸਟੇਟ ਦੀ ਕਰੈਕਟ ਆਪਸ਼ਨ ਇਨ ਕੁਐਸਚਨਸ 1 ਐਂਡ 2। ਸਵਾਲ 1 ਔਰ 2 ਵਿੱਚ ਜਿਹੜੀ ਸਹੀ ਆਪਸ਼ਨ ਹੈ ਉਹਨੂੰ ਸਿਲੈਕਟ ਕਰੋ। ਵਿਚ ਆਫ ਦੀ ਫੋਲੋਇੰਗ ਕੈਨ ਨਾਟ ਬੀ ਚਾਰਜਡ ਈਜ਼ੀਲੀ ਬਾਈ ਫ੍ਰਿਕਸ਼ਨ। ਫ੍ਰਿਕਸ਼ਨ ਮਾਨੇ ਰਗੜ ਕੇ। ਕਿਸ ਚੀਜ਼ ਨੂੰ ਰਗੜ ਕੇ ਚਾਰਜ ਨਹੀਂ ਕੀਤਾ ਜਾ ਸਕਦਾ? ਪਲਾਸਟਿਕ ਸਕੇਲ ਕੀਤਾ ਜਾ ਸਕਦਾ ਹੈ ਕਿਉਂਕਿ ਪਲਾਸਟਿਕ ਦੀ ਕੰਘੀ ਵੀ ਚਾਰਜ ਕੀਤੀ ਜਾ ਸਕਦੀ ਹੈ। ਪਲਾਸਟਿਕ ਦਾ ਜਿਹੜਾ ਫੁੱਟਾ ਹੁੰਦਾ ਹੈ ਤੁਹਾਡੇ ਜਿਓਮੈਟਰੀ ਬਾਕਸ ਵਿੱਚ ਜੋ ਸੈਟ ਸਕੁਅਰ ਹੁੰਦੇ ਨੇ, ਡੀ ਹੁੰਦੀ ਹੈ, ਉਹਨੂੰ ਸਭ ਨੂੰ ਚਾਰਜ ਕੀਤਾ ਜਾ ਸਕਦਾ ਹੈ। ਠੀਕ ਹੈ। ਕਾਪਰ ਰੋਡ ਨੂੰ ਚਾਰਜ ਨਹੀਂ ਕੀਤਾ ਜਾ ਸਕਦਾ, ਮੈਂ ਦੱਸਦਾ ਕਿਉਂ। ਇਨਫਲੇਟਿਡ ਬੈਲੂਨ ਨੂੰ ਚਾਰਜ ਕੀਤਾ ਜਾ ਸਕਦਾ, ਆਪਣੀ ਕਮੀਜ਼ ਨਾਲ ਪੈਂਟ ਨਾਲ ਰਗੜ ਕੇ ਅਸੀਂ ਉਹਨੂੰ ਦੀਵਾਰ ਨਾਲ ਚਿਪਕਾ ਸਕਦੇ ਹਾਂ। ਵੂਲਨ ਕਲੋਥ ਨੂੰ ਵੀ ਚਾਰਜ ਕੀਤਾ ਜਾ ਸਕਦਾ। ਜਦੋਂ ਬੈਲੂਨ ਔਰ ਵੂਲਨ ਕਲੋਥ ਅਸੀਂ ਰਗੜਦੇ ਹਾਂ ਦੇ ਬੋਥ ਗੈਟ ਚਾਰਜਡ। ਸੋ ਦ ਆਂਸਰ ਇਜ਼ ਕਾਪਰ ਰੋਡ ਕੈਨ ਨਾਟ ਬੀ ਚਾਰਜ ਬਾਈ ਫ੍ਰਿਕਸ਼ਨ। ਇਹਦਾ ਬੱਚੋ ਥੰਬ ਰੂਲ ਕੀ ਯਾਦ ਰੱਖਣਾ ਹੈ ਕਿ ਜਿਹੜੇ ਮੈਟਲਿਕ ਕੰਡਕਟਰਸ ਨੇ ਜਿੱਦਾਂ ਸਿਲਵਰ ਹੋ ਗਿਆ, ਕਾਪਰ ਹੋ ਗਿਆ, ਬਰਾਸ ਹੋ ਗਿਆ, ਸਟੀਲ ਹੋ ਗਿਆ, ਆਇਰਨ ਹੋ ਗਿਆ, ਹੈ ਨਾ, ਦੇ ਕੈਨ ਨਾਟ ਬੀ ਚਾਰਜਡ ਵਿਦ ਬਾਏ ਰਬਿੰਗ ਔਰ ਵਿਦ ਫ੍ਰਿਕਸ਼ਨ। ਠੀਕ ਹੈ, ਇਹ ਯਾਦ ਰੱਖਣਾ। ਮਤਲਬ ਕਿ ਜਿਹੜੇ ਮੈਟਲਿਕ ਕੰਡਕਟਰਸ ਹੈਗੇ ਨੇ, ਗੁੱਡ ਕੰਡਕਟਰਸ ਆਫ ਇਲੈਕਟ੍ਰੀਸਿਟੀ, ਦੇ ਕੈਨ ਨਾਟ ਬੀ ਚਾਰਜਡ ਬਾਏ ਰਬਿੰਗ। ਜਿਹੜੇ ਇਨਸੂਲੇਟਰਸ ਨੇ, ਜਿਹੜੇ ਪੂਅਰ ਕੰਡਕਟਰਸ ਆਫ ਇਲੈਕਟ੍ਰੀਸਿਟੀ ਨੇ, ਦੇਖੋ ਪਲਾਸਟਿਕ ਪੂਅਰ ਕੰਡਕਟਰ ਆਫ ਇਲੈਕਟ੍ਰੀਸਿਟੀ, ਬੈਲੂਨ ਰਬੜ ਦਾ ਪੂਅਰ ਕੰਡਕਟਰ ਆਫ ਇਲੈਕਟ੍ਰੀਸਿਟੀ, woolen cloth also is poor conductor of electricity. They all can be charged by friction or with rubbing. ठीक है, रब करके ਜਿਹੜਾ ਹੈ ਇਹਨੂੰ ਅਸੀਂ ਚਾਰਜ ਕਰ ਸਕਦੇ ਹਾਂ। ਸੋ ਕਾਪਰ ਰੋਡ कैन नॉट बी चार्ज by friction। ਅੱਗੇ चलिए। क्वेश्चन नंबर 2। when a glass rod is rubbed with a piece of silk cloth, the rod and the cloth both acquire positive charge। ਇਹ ਤੇ ਗੱਲ ਬਿਲਕੁਲ ਹੀ ਗਲਤ ਹੈ ਕਿਉਂਕਿ ਜਦੋਂ ਦੋ ਚੀਜ਼ਾਂ ਨੂੰ ਰਗੜਦੇ ਹਾਂ ਦੇ ਗੈਟ ਚਾਰਜਡ ਆਪੋਜ਼ਿਟਲੀ। ਠੀਕ ਹੈ, ਰੋਡ ਬਿਕਮਸ ਪੋਜ਼ਿਟਿਵਲੀ ਚਾਰਜਡ ਵਾਈਲ ਦੀ ਕਲੋਥ ਹੈਜ਼ ਅ ਨੈਗੇਟਿਵ ਚਾਰਜ। ਦਿਸ ਆਂਸਰ ਇਜ਼ ਕਰੈਕਟ ਕਿਉਂਕਿ ਇਹ ਨੋਟਸ ਵਿੱਚ ਵੀ ਤੁਹਾਨੂੰ ਦੱਸਿਆ ਹੈ ਕਿ ਬਾਈ ਕਨਵੈਨਸ਼ਨ when the glass rod is rubbed with silk, then by convention it is assumed that the glass rod acquires positive charge and the piece of cloth silk it acquires negative charge। so ਦੀ ਇਹਦਾ ਜਿਹੜਾ B ਆਂਸਰ ਹੈ ਉਹ ਸਹੀ ਹੈ। ਅੱਗੇ C ਵੀ ਦੇਖ ਲਈ ਕੀ ਹੈ, and the cloth both acquire negative charge। ਇਹ ਵੀ ਗਲਤ ਹੈ ਜਿੱਦਾਂ ਇਹ ਪੋਜ਼ਿਟਿਵ ਸੀ both, ਕਿਉਂਕਿ ਦੋ ਜਦ ਚੀਜ਼ਾਂ ਨੂੰ ਰਗੜਦੇ ਹਾਂ ਉਹ ਚਾਰजेस ਆਪੋਜ਼ਿਟ ਹੁੰਦੇ ਨੇ, ਦੋਨੋਂ ਪੋਜ਼ਿਟਿਵ ਜਾਂ ਦੋਨੋਂ ਨੈਗੇਟਿਵ ਨਹੀਂ ਹੁੰਦੇ। ਤੇ ਇਹ ਵੀ ਗਲਤ ਹੈ ਬਿਕੋਜ਼ ਬਾਈ ਕਨਵੈਨਸ਼ਨ ਇਟ ਇਜ਼ ਅਜ਼ਿਊਮਡ, ਕਿਉਂਕਿ ਅਗਰ ਇਹ ਗਲਾਸ ਰੋਡ ਗੈਟਸ ਨੈਗੇਟਿਵਲੀ ਚਾਰਜ, ਦਿਸ ਇਜ਼ ਨਾਟ ਟਰੂ। ਸੋ ਇਹ ਰਿਮੈਂਬਰ ਜਾਂ ਯਾਦ ਰੱਖਣਾ ਪਏਗਾ ਤੁਹਾਨੂੰ ਬੱਚਿਓ कि by convention it is assumed that the glass rod is positively charged and silk is negatively charged। ठीक है, सो आंसर इज B। ठीक है, आगे चलिए। क्वेश्चन नंबर 3। राइट ट्रू अगेंस्ट ट्रू, राइट T अगेंस्ट ट्रू and F अगेंस्ट false in the following statements। कुछ statements है ने, some are true, some are false। so if we have understood the chapter clearly then we can easily answer these questions। like charges attract each other, totally false because like charges always repel each other, unlike charges attract each other। ठीक है, a charged glass rod attract a charged plastic straw, true because glass rod is positively charged and plastic straw is negatively charged, that is why because they are oppositely charged so they attract each other। lightning conductor cannot protect a building from lightning, it is false। ਲਾਈਟਨਿੰਗ ਕੰਡਕਟਰ ਦਾ ਪਰਪਸ ਹੀ ਇਹ ਹੁੰਦਾ ਹੈ, ਦੀ ਪਰਪਸ ਆਫ ਲਾਈਟਨਿੰਗ ਕੰਡਕਟਰ ਇਜ਼ ਟੂ ਪ੍ਰੋਟੈਕਟ ਅ ਬਿਲਡਿੰਗ ਫਰੋਮ ਲਾਈਟਨਿੰਗ। ਵਾਈ? ਬਿਕੋਜ਼ ਲਾਈਟਨਿੰਗ ਕੰਡਕਟਰ ਇਜ਼ ਮੇਡ ਆਫ ਅ ਮੈਟਲ
and it is buried deep into the earth, and its the other end is few feet above the highest point of the building. So whenever lightning strikes, lightning always find electricity, always find the easiest and the nearest path. ठीक है, सौखा ते तेज रास्ता लभदी है. So other than the, as compared to building which is made of concrete, mortar, cement, sand, wood, other things, the metal rod provides a very easy and quick pathway. So सारी जो बिजली है, electricity, it passes through the lightning conductor to the earth and does not disturb the building. So यह चीज़ false हो गई because lightning conductor protects the building from lightning. ठीक है. Earthquakes can be predicted in advance. Earthquakes ਦੀ ਪਹਿਲੇ ਹੀ ਭਵਿੱਖਬਾਣੀ ਕੀਤੀ ਜਾ ਸਕਦੀ ਹੈ. ਫਾਲਸ ਹੈ, ਬਿਲਕੁਲ ਫਾਲਸ ਹੈ. ਸੋ ਬੱਚਿਓ, ਅੱਜ ਕੱਲ੍ਹ ਮੈਂ ਤੁਹਾਨੂੰ ਜਿੱਦਾਂ ਪਹਿਲੇ ਵੀ ਕਹਿ ਰਿਹਾ ਸੀਗਾ ਕਿ ਅਸੀਂ ਸਿਆਣੇ ਬਣਨਾ ਹੈ, ਇਹ ਕਿਤਾਬਾਂ ਪੜ੍ਹ ਕੇ ਗਿਆਨ ਹਾਸਿਲ ਕਰਨਾ ਹੈ. ਅੱਜ ਦੀ ਡੇਟ ਵਿੱਚ ਵੀ ਕਈ ਲੋਕੀ WhatsApp ਤੇ ਅਫਵਾਹਾਂ ਫੈਲਾਉਂਦੇ ਨੇ ਕਿ ਇਹ 2 ਦਿਨਾਂ ਬਾਅਦ ਇੱਥੇ ਅਰਥਕੁਏਕ ਆਉਣ ਵਾਲਾ ਹੈ, 4 ਦਿਨਾਂ ਬਾਅਦ ਇੱਥੇ ਭੂਚਾਲ ਆਉਣ ਵਾਲਾ ਹੈ, ਬੜੇ ਤਗੜਾ ਭੂਚਾਲ ਆਏਗਾ. ਇਹ ਸਭ ਗੱਲਾਂ ਬਿਲਕੁਲ ਝੂਠੀਆਂ ਨੇ, ਅਫਵਾਹਾਂ ਨੇ. ਐਜ਼ ਪਰ ਦੀ ਲੇਟੈਸਟ ਟੈਕਨੋਲੋਜੀ, ਜੋ ਹਾਲੇ ਤੱਕ ਸਾਇੰਸ ਨੇ ਖੋਜਾਂ ਕੀਤੀਆਂ ਨੇ, ਜੋ ਸਾਇੰਸ ਕੋਲ ਹਾਲੇ ਤੱਕ ਜੰਤਰ ਨੇ, ਉਹਦੇ ਰਾਹੀਂ ਕਿਸੇ ਵੀ ਢੰਗ ਦੇ ਨਾਲ ਅਰਥਕੁਏਕ ਦੀ ਭਵਿੱਖਬਾਣੀ ਨਹੀਂ ਕੀਤੀ ਜਾ ਸਕਦੀ. ਇਹ ਜਸਟ ਰਿਮੈਂਬਰ ਦੈਟ. ਠੀਕ ਹੈ. ਸੋ ਜੇ ਕੋਈ ਵੀ ਬੰਦਾ ਇਹ ਕਹਿ ਰਿਹਾ ਕਿ ਅਰਥਕੁਏਕ ਆਏਗਾ 4 ਦਿਨਾਂ ਬਾਅਦ, 6 ਦਿਨਾਂ ਬਾਅਦ, ਹਫਤੇ 'ਚ, 10 ਦਿਨ 'ਚ, ਇਹਦਾ ਮਤਲਬ ਜਾਂ ਤਾਂ ਉਹ ਅਗਿਆਨੀ ਹੈਗਾ, ਉਹਨੂੰ ਨੌਲੇਜ ਨਹੀਂ ਹੈਗੀ, ਅਤੇ ਜਾਂ ਫਿਰ ਬੰਦਾ ਉਹ ਕੋਈ ਮਤਲਬ ਕਿ ਪ੍ਰੈਂਕ ਹੁੰਦਾ ਵੀ ਜਿੱਦਾਂ ਸ਼ਰਾਰਤ ਕਰ ਰਿਹਾ, ਮਤਲਬ ਕਿ ਲੋਕਾਂ 'ਚ ਹਫੜਾ ਥਫੜੀ ਫੈਲਾ ਕੇ ਹਾਸਾ ਠੱਠਾ ਮਜ਼ਾਕ ਕਰ ਰਿਹਾ ਹੈ ਨਾ, ਕੋਝਾ ਮਜ਼ਾਕ ਕਰ ਰਿਹਾ, ਅਤੇ ਜਾਂ ਫਿਰ ਉਹ ਠੱਗੀ ਕਰ ਰਿਹਾ ਲੋਕਾਂ ਨੂੰ, ਮਤਲਬ ਕਿ ਡਰਾ ਕੇ ਕਿਸੇ ਤਰੀਕੇ ਦੇ ਨਾਲ ਉਹਨਾਂ ਨੂੰ ਠੱਗਣਾ ਚਾਹੁੰਦਾ ਹੈ. ਠੀਕ ਹੈ. ਸੋ ਇਹ ਗੱਲ ਤੁਸੀਂ ਯਾਦ ਰੱਖਣੀ ਹੈ ਕਿ ਅਰਥਕੁਏਕਸ ਦੀ ਪ੍ਰੈਡਿਕਸ਼ਨ ਨਹੀਂ ਕੀਤੀ ਜਾ ਸਕਦੀ. ਮੀਂਹ ਦੀ ਪ੍ਰੈਡਿਕਸ਼ਨ ਕੀਤੀ ਜਾ ਸਕਦੀ ਹੈ, ਤੂਫਾਨ ਦੀ ਪ੍ਰੈਡਿਕਸ਼ਨ ਕੀਤੀ ਜਾ ਸਕਦੀ ਹੈ, पर अर्थक्वेक की प्रेडिक्शन नहीं की जा सकती. ठीक है, आगे चलिए. क्वेश्चन नंबर 4. समटाइम्स अ क्रैकलिंग साउंड इज हर्ड वाइल टेकिंग ऑफ अ स्वेटर ड्यूरिंग विंटर्स. एक्सप्लेन. है तुम देखा होना बच्चों, जब असी स्वेटर उतारते हाँ, या तुम देखो जो कंबल है, राती जो सोने हाँ तो कंबल जोड़े अजकल एक्राइलिक के कंबल आए हैं, तुम देखो जो तह लगाने इकट्ठा करते हैं या खिंचते हैं बैड तो कड़कड़ की आवाज़ आती, स्पार्क्स निकलती हैं. इसी तरह जो स्वेटर उतारते हैं ਉਹਦੇ ਵਿੱਚੋਂ ਵੀ ਕੀ ਹੁੰਦਾ, ਸਪਾਰਕਸ ਨਿਕਲਦੀਆਂ. ਇਹ ਕਿਉਂ ਹੁੰਦਾ? ਕਿਉਂਕਿ ਅ ਕ੍ਰੈਕਲਿੰਗ ਸਾਊਂਡ ਇਜ਼ ਹਰਡ ਵਾਈਲ ਟੇਕਿੰਗ ਆਫ ਅ ਸਵੈਟਰ ਇਨ ਵਿੰਟਰਸ ਬਿਕੋਜ਼ ਦੀ ਬੋਡੀ ਐਂਡ ਦੀ ਸਵੈਟਰ ਗੈਟ ਆਪੋਜ਼ਿਟਲੀ ਚਾਰਜ. ਕਿਉਂ ਜਿਹੜੇ ਪਾਉਂਦੇ ਹਾਂ, ਬਾਂਹ ਵਿੱਚੋਂ ਬਾਂਹ ਨੰਗੀ, ਗਲੇ 'ਚ ਪਾਈ, ਸਿਰ ਨਾਲ ਰਗੜਿਆ ਗਿਆ, ਫਿਰ ਥੱਲੇ ਸਰੀਰ ਨਾਲ, ਛਾਤੀ ਨਾਲ, ਪਿੱਠ ਨੂੰ ਰਗੜ ਲੱਗਦੀ ਕਮੀਜ਼ ਦੇ ਨਾਲ, ਹੈ ਨਾ. ਸੋ ਇਹ ਕੀ ਹੁੰਦਾ, ਜਿਹੜੇ ਉਹ ਰਗੜ ਖਾਂਦੀ ਹੈ ਸਵੈਟਰ ਦੂਜੇ ਜਿਹੜੇ ਕੱਪੜੇ ਪਾਏ ਨੇ ਸਾਡੀ ਬੋਡੀ ਦੇ ਨਾਲ, ਉਹਦੇ ਨਾਲ ਕੀ ਹੁੰਦਾ, ਸਾਡੀ ਬੋਡੀ ਹੈ, ਜਿਹੜੇ ਬੋਡੀ ਦੇ ਥੱਲੇ ਕੱਪੜੇ ਪਾਏ ਨੇ ਉਹ, ਅਤੇ ਜਿਹੜੀ ਵੂਲਨ ਕਲੋਥ ਹੈ, ਵੂਲਨ ਉੱਤੇ ਸਵੈਟਰ ਹੈ, ਦੇ ਗੈਟ ਆਪੋਜ਼ਿਟਲੀ ਚਾਰਜਡ. ਤਾਂ ਜਦੋਂ ਆਪੋਜ਼ਿਟਲੀ ਚਾਰਜ ਨੇੜੇ ਆਉਂਦੇ ਨੇ ਇੱਕ ਦੂਜੇ ਦੇ, ਕੀ ਹੁੰਦਾ, ਇਲੈਕਟ੍ਰਿਕ ਡਿਸਚਾਰਜ ਹੁੰਦਾ ਹੈ. ਸੋ ਵੈਨ ਐਵਰ ਦੇਰ ਇਜ਼ ਇਲੈਕਟ੍ਰਿਕ ਡਿਸਚਾਰਜ ਦੇਰ ਇਜ਼ ਅ ਸਪਾਰਕ, ਅਤੇ ਆਵਾਜ਼ ਵੀ ਆਉਂਦੀ ਕੜਕੜ. ਠੀਕ ਹੈ. ਸੋ ਦਿਸ ਇਜ਼ ਡਿਊ ਟੂ ਸਵੈਟਰ ਐਂਡ body getting oppositely charged due to rubbing of the two. The opposite charges meet, मतलब मिलते हैं to create a spark and the crackling sound. मतलब कि ਸਵੈਟਰ ਦਾ ਚਾਰਜ ਆਪੋਜ਼ਿਟ ਹੋ ਜਾਂਦਾ ਹੈ, ਅਤੇ ਥੱਲੇ ਜਿਹੜੀ ਕਮੀਜ਼ ਜਾਂ ਬੋਡੀ ਜੋ ਅਸੀਂ ਬਨੈਣ ਜੋ ਵੀ ਪਾਈ ਹੋਈ ਹੈ ਉਹਦਾ ਵੀ ਚਾਰਜ ਹੋ ਜਾਂਦਾ ਹੈ. ਸੋ ਵੈਨ these two charges, opposite charges meet each other, electric discharge takes place, and whenever there is an electric discharge there is a crackling sound and there is a spark. ठीक है, आगे चलिए. Question number 5. Explain why a charged body loses its charge if we touch it with our hand. ਇਹ ਗੱਲ ਤੁਹਾਨੂੰ ਐਕਸਪਲੇਨ ਕਰ ਚੁੱਕੇ ਹਾਂ ਨੋਟਸ ਵਿੱਚ ਵੀ. ਇਲੈਕਟ੍ਰੋਸਕੋਪ ਦਾ ਜਿਹੜੇ ਅਸੀਂ ਟੌਪਿਕ ਕਰ ਰਹੇ ਸੀਗੇ ਕਿ ਇਲੈਕਟ੍ਰੋਸਕੋਪ ਇਜ਼ ਅ ਡਿਵਾਈਸ ਵਿਚ ਡਿਟੈਕਟਸ ਅ ਚਾਰਜਡ ਬੋਡੀ. ਅਤੇ ਜਦੋਂ ਐਲੂਮੀਨੀਅਮ ਫੋਇਲਸ ਸਪਰੈਡ ਹੋ ਜਾਂਦੇ ਨੇ, ਫਿਰ ਜਿਹੜੇ ਹੱਥ ਲਾਉਂਦੇ ਹਾਂ ਤਾਂ ਐਲੂਮੀਨੀਅਮ ਫੋਇਲਸ ਕੋਲੈਪਸ ਹੋ ਜਾਂਦੇ ਨੇ. ਕਿਉਂ? ਕਿਉਂਕਿ ਜਿਹੜਾ ਐਲੂਮੀਨੀਅਮ ਫੋਇਲ ਵਿੱਚ ਚਾਰਜ ਹੈਗਾ ਪੇਪਰ ਕਲਿੱਪ ਦੇ ਥਰੂ ਸਾਡੀ ਬੋਡੀ ਦੇ ਉਂਗਲ ਦੇ ਥਰੂ ਟਰੈਵਲ ਕਰਕੇ ਅਰਥ ਵਿੱਚ ਚਲਾ ਜਾਂਦਾ ਹੈ. ਠੀਕ ਹੈ, ਇਹਨੂੰ ਕਿਹਾ ਜਾਂਦਾ ਹੈ ਮਤਲਬ ਕਿ ਚਾਰਜ ਬੋਡੀ ਹੈਜ਼ ਲੋਸਟ ਇਟਸ ਚਾਰਜ. ਇਹ ਕਿਉਂ ਹੁੰਦਾ? ਇਹ ਦੇਖੋ, ਅ ਚਾਰਜ ਬੋਡੀ ਲੂਜ਼ਿਜ਼ ਇਟਸ ਚਾਰਜ ਇਫ ਵੀ ਟੱਚ ਇਟ ਵਿਦ ਅਵਰ ਹੈਂਡ ਬਿਕੋਜ਼ ਅਵਰ ਬੋਡੀ ਇਜ਼ ਕੰਡਕਟਰ ਆਫ ਚਾਰਜ. ਸਾਡੀ ਬੋਡੀ ਵੀ ਕੰਡਕਟਰ ਆਫ ਇਲੈਕਟ੍ਰੀਸਿਟੀ ਹੈ, ਇਹ ਤੋਂ ਚਾਰਜ ਟਰੈਵਲ ਕਰ ਸਕਦਾ ਹੈ. ਅਤੇ ਉਹ ਜਿਹੜਾ ਕੀ ਹੁੰਦਾ, ਚਾਰਜਡ ਬੋਡੀ 'ਚੋਂ ਕੰਡਕਟਰ ਉਂਗਲੀ ਦੇ ਥਰੂ ਸਾਡੀ ਬੋਡੀ ਵਿੱਚ ਆ ਜਾਂਦਾ, ਅਤੇ ਅਸੀਂ ਜ਼ਮੀਨ 'ਤੇ ਖੜ੍ਹੇ ਹਾਂ ਅਤੇ ਸਾਡੀ ਲੱਤਾਂ ਤੋਂ ਥੱਲੇ ਜਾ ਕੇ ਉਹ ਅਰਥ ਵਿੱਚ ਚਲਾ ਜਾਂਦਾ ਹੈ. ਐਂਡ ਦੀ ਬੋਡੀ ਲੂਜ਼ਿਜ਼ ਇਟਸ ਚਾਰਜ. ਦਿਸ ਫਿਨੋਮੀਨਨ ਇਜ਼ ਟਰਮਡ ਐਜ਼ ਇਲੈਕਟ੍ਰਿਕ ਡਿਸਚਾਰਜ. ਇਲੈਕਟ੍ਰਿਕ ਡਿਸਚਾਰਜ ਮੀਨਸ
लॉस ऑफ द इलैक्ट्रिक चार्ज। इलैक्ट्रिक चार्ज का लूज हो जाना, इस चीज़ को क्या जाता है, इलैक्ट्रिक डिस्चार्ज। जिदा कहना मेरी बैटरी डिस्चार्ज हो गई है, पेज हूँ चार्ज नहीं है, जान नहीं हैगी, तो कहते चार्ज योर बैटरी, इनू हूँ चार्ज कर दवो। ठीक है, सो डिस्चार्ज का मतलब होंगे इलैक्ट्रिक चार्ज का गुआच जाना, खत्म हो जाना। तो जो हथ लगाने वो हथ राही, बांह राही, फिर साड़ी बॉडी राही, पैरों राही, लत्तां राही चार्ज थले धरती ते चला जाता है। इस करके वो जी बॉडी है, वो चार्ज बॉडी है, इट लूजेज इट्स चार्ज व्हेन इट इज टच्ड विद अवर हैंड। आगे चलिए। ओके, नेम द स्केल ऑन विच द डिस्ट्रक्टिव एनर्जी ऑफ एन अर्थक्वेक इज मैजर्ड। वो स्केल का नाम दसो ਜਿਹਦੇ ਰਾਹੀਂ ਭੂਚਾਲ ਦੀ ਜਿਹੜੀ ਉਹ ਨੁਕਸਾਨ ਕਰਨ ਵਾਲੀ ਜੋ ਊਰਜਾ ਹੈ ਉਹਨੂੰ ਮਾਪਿਆ ਜਾਂਦਾ ਹੈ। ਐਨ ਅਰਥਕੁਏਕ ਮੈਜ਼ਰਸ 3 ਔਨ ਦਿਸ ਸਕੇਲ। ਕਹਿੰਦੇ ਇੱਕ ਅਰਥਕੁਏਕ ਦਾ ਜਿਹੜਾ ਉਸ ਸਕੇਲ ਦੇ ਉੱਤੇ ਉਹਦਾ ਮਾਪ ਆਇਆ ਕਿ 3 ਹੈਗਾ। ਵੁੱਡ ਇਟ ਬੀ ਰਿਕਾਰਡਡ ਬਾय ਸੈਜ਼ਮੋਗ੍ਰਾਫ, ਕਿ ਸੈਜ਼ਮੋਗ੍ਰਾਫ ਉਸ ਚੀਜ਼ ਨੂੰ ਰਿਕਾਰਡ ਕਰ ਲੇਗਾ ਉਹਦੇ 3 ਸਕੇਲ ਨੂੰ। ਇਜ਼ ਇਟ ਲਾਈਕਲੀ ਟੂ ਕਾਜ਼ ਮਚ ਡੈਮੇਜ, ਕਿ 3 ਸਕੇਲ ਦਾ ਅਰਥਕੁਏਕ ਕੋਈ ਡੈਮੇਜ ਕਰੇਗਾ, ਨੁਕਸਾਨ ਕਰੇਗਾ। और देखिए तो जवाब की है, the scale on which the destructive energy of an earthquake is measured is called Richter scale। ਇਹਨੂੰ ਕਿਹਾ ਜਾਂਦਾ ਹੈ ਰਿਕਟਰ ਸਕੇਲ। ਜਿਸ ਸਕੇਲ ਤੇ, ਜਿਸ ਮਾਪਦੰਡ ਤੇ, ਇਹਨੂੰ ਕਹਿੰਦੇ ਮਾਪਦੰਡ, ਸਕੇਲ ਹੁੰਦਾ ਮਾਪਦੰਡ, ਜਿਸ ਮਾਪਦੰਡ ਤੇ ਅਰਥਕੁਏਕ ਭੂਚਾਲ ਦੀ ਜਿਹੜੀ ਨੁਕਸਾਨ ਕਰਨ ਵਾਲੀ એનર્ਜੀ ਹੈ ਵੀ ਕਿੰਨਾ ਤੇਜ਼ ਹੈ, ਕਿੰਨਾ ਮੱਧਮ ਹੈ, ਕਿੰਨਾ ਛੋਟਾ ਹੈ, ਕਿੰਨਾ ਵੱਡਾ ਹੈ, ਉਹਨੂੰ ਕਿਹਾ ਜਾਂਦਾ ਹੈ ਰਿਕਟਰ ਸਕੇਲ। ਐਂਡ ਇਟ ਪ੍ਰੋਵਾਈਡਸ ਰੀਡਿੰਗਸ ਫਰੋਮ 1 to 10। ਤੇ ਇਹਦਾ ਮਾਪ ਹੈਗਾ 1 ਤੋਂ ਲੈ ਕੇ 10 ਤੱਕ। 1 ਮੈਨੇ ਬੜਾ ਕਮਜ਼ੋਰ, 2 ਥੋੜਾ ਤਗੜਾ, 3 ਥੋੜਾ ਹੋਰ ਜ਼ਿਆਦਾ, ਸੋ 7 6 7 ਤੋਂ ਉੱਪਰ ਤੇ ਬਹੁਤ ਤਗੜਾ ਹੋ ਜਾਂਦਾ, ਫਿਰ ਬਹੁਤ ਜ਼ਿਆਦਾ ਗੁਣਾ ਮਲਟੀਪਲਾਈ ਹੁੰਦਾ। ਜਿਵੇਂ ਤੁਹਾਨੂੰ ਨੋਟਸ ਵਿੱਚ ਦੱਸਿਆ ਹੈ ਕਿ ਇਟ ਇਜ਼ ਨਾਟ ਅ ਲੀਨੀਅਰ ਸਕੇਲ। ਠੀਕ ਹੈ, ਸੋ ਜਵਾਬ ਹੈਗਾ ਅਗਲਾ ਅਗਲੇ ਸੈਕਸ਼ਨ ਦਾ, ਯੈਸ ਦੀ ਰੀਡਿੰਗ 3 ਵੁੱਡ ਬੀ ਰਿਕਾਰਡਡ ਬਾਈ ਇਟ। ਕਿਉਂਕਿ ਰੀਡਿੰਗ 1 ਤੋਂ 10 ਤੱਕ ਦੱਸਦਾ ਹੈ, ਸੋ 3 ਦੀ ਰੀਡਿੰਗ ਵੀ ਹੈ 10 ਦੇਗਾ। ਠੀਕ ਹੈ, ਐਂਡ ਇਟ ਵੁੱਡ ਨਾਟ ਕਾਜ਼ ਮਚ ਡੈਮੇਜ। ਪਰ ਜਿਹੜਾ ਅਰਥਕੁਏਕ ਦਾ ਸਕੇਲ ਤੇ ਰੀਡਿੰਗ 3 ਹੈਗੀ ਹੈ ਉਹ ਜ਼ਿਆਦਾ ਨੁਕਸਾਨ ਨਹੀਂ ਕਰਦਾ। ਟ੍ਰੈਮਰਸ ਮੈਜ਼ਰਿੰਗ 5 ਐਂਡ ਅਬਵ ਆਰ ਡਿਸਟਰਕਟਿਵ ਇਨ ਨੇਚਰ। ਜ਼ਿਆਦਾਤਰ ਅਰਥਕੁਏਕ ਜਿਹੜੇ 5 ਤੇ ਸਕੇਲ ਤੇ ਜਾਂ 5 ਦੇ ਸਕੇਲ ਤੋਂ ਉੱਪਰਲੇ ਹੁੰਦੇ ਨੇ ਉਹ ਨੁਕਸਾਨ ਕਰਦੇ ਨੇ, ਉਸ ਤੋਂ ਥੱਲੇ ਵਾਲੇ ਜ਼ਿਆਦਾ ਨੁਕਸਾਨ ਨਹੀਂ ਕਰਦੇ। ਠੀਕ ਹੈ, ਆਓ ਅੱਗੇ ਚਲੀਏ। ਕੁਐਸਚਨ ਨੰਬਰ 7, ਸੁਜੈਸਟ 3 ਮੈਜ਼ਰਸ ਟੂ ਪ੍ਰੋਟੈਕਟ ਆਵਰ ਸੈਲਸ ਫਰੋਮ ਲਾਈਟਨਿੰਗ। ਬਿਜਲੀ ਜਿਹੜੀ ਲਿਸ਼ਕਦੀ ਹੈ, ਬਿਜਲੀ ਡਿੱਗਦੀ ਹੈ, ਉਹਦੇ ਤੋਂ ਬਚਣ ਦੇ ਕੋਈ 3 ਕਦਮ ਚੁੱਕੇ ਜਾਣੇ ਚਾਹੀਦੇ ਨੇ, ਉਹ ਦੱਸੋ। ਮੈਂ 4 ਕਦਮ ਲਿਖਤੇ ਨੇ, ਤੁਸੀਂ 4 ਉਹਦੇ ਚਾਰੋਂ ਯਾਦ ਕਰ ਲਓ। ਨੋਟਸ ਵਿੱਚ ਹੋਰ ਵੀ ਲਿਖੇ ਹੋਏ ਨੇ ਤੇ ਤੁਸੀਂ ਇਹਨਾਂ 'ਚੋਂ ਕੋਈ ਵੀ 3 ਲਿਖ ਲਓ। ਠੀਕ ਹੈ, ਫੋਲੋਇੰਗ ਮੈਜ਼ਰਸ ਕੈਨ ਬੀ ਟੇਕਨ। ਜਦੋਂ ਬਿਜਲੀ ਲਿਸ਼ਕਦੀ ਕੀ ਕਰਨਾ ਚਾਹੀਦਾ? ਸਟੇ ਇਨਡੋਰਸ, ਘਰ ਦੇ ਅੰਦਰ ਹੀ ਰਹੋ। ਐਂਡ ਡੂ ਨਾਟ ਸਟੈਪ ਆਊਟ, ਬਾਹਰ ਨਾ ਜਾਓ, ਬਾਹਰ ਦਾ ਪ੍ਰੋਗਰਾਮ ਪੋਸਟਪੋਨ ਕਰ ਦਿਓ, ਥੋੜਾ ਲੇਟ ਕਰ ਦਿਓ। ਠੀਕ ਹੈ, ਸੋ ਜਦੋਂ ਬਿਜਲੀ ਲਿਸ਼ਕਦੀ ਹੋਏ, ਕੜਦੀ ਹੋਏ, ਤੇ ਛੱਤ ਦੇ ਥੱਲੇ, ਦੀਵਾਰ ਦੇ ਅੰਦਰ, ਮਤਲਬ ਕਿ ਬਿਲਡਿੰਗ ਦੇ ਅੰਦਰ, ਸ਼ੈਲਟਰ ਦੇ ਅੰਦਰ ਹੀ ਰਹਿਣਾ ਚਾਹੀਦਾ ਹੈ। ਡੂ ਨਾਟ ਟੇਕ ਬਾਥ ਡਿਊਰਿੰਗ ਥੰਡਰ ਸਟੋਰਮ। ਇਹਦੇ ਦੌਰਾਨ ਨਹਾਉਣਾ ਵੀ ਨਹੀਂ ਚਾਹੀਦਾ, ਇਸ਼ਨਾਨ ਵੀ ਨਹੀਂ ਕਰਨਾ ਚਾਹੀਦਾ, ਕਿਉਂਕਿ ਮੈਟਲ ਪਾਈਪਸ ਹੈਗੇ ਨੇ, ਉਹਨਾਂ 'ਚ ਪਾਣੀ ਜਾ ਰਿਹਾ ਤੇ ਬਿਜਲੀ ਵਾਸਤੇ, ਟਰੈਵਲ ਕਰਨ ਵਾਸਤੇ ਉਹ ਬੜਾ ਸੌਖਾ ਰਾਹ ਹੈ। ਤੇ ਜਦੋਂ ਟੂਟੀ ਥੱਲੇ ਹੱਥ ਲਾਵਾਂਗੇ ਤੇ ਟੂਟੀ ਦੀ ਧਾਰ ਰਾਹੀਂ ਵੀ ਕਰੰਟ ਆ ਸਕਦਾ ਹੈ ਬਿਜਲੀ ਦਾ। ਠੀਕ ਹੈ, ਇਫ ਟਰੈਵਲਿੰਗ, ਜੇ ਸਫ਼ਰ ਕਰ ਰਹੇ ਹਾਂ, ਸਟੇ ਇਨਸਾਈਡ ਦੀ ਵਹੀਕਲ ਦੇ ਅੰਦਰ ਰਹੋ, ਵਾਹਨ ਦੇ ਅੰਦਰ ਹੀ ਰਹੋ। ਐਂਡ ਕੀਪ ਦੀ ਵਿੰਡੋਜ਼ ਐਂਡ ਡੋਰਸ ਸ਼ਟ। ਮਤਲਬ ਕਿ ਜੇ ਬਿਜਲੀ ਲਿਸ਼ਕਦੀ ਹੈ ਤੇ ਗੱਡੀ 'ਚੋਂ ਬਾਹਰ ਨਾ ਆਓ, ਸ਼ੀਸ਼ੇ ਬੰਦ ਰੱਖੋ, ਦਰਵਾਜ਼ੇ ਬੰਦ ਰੱਖੋ। ਠੀਕ ਹੈ, ਫਿਰ ਡੂ ਨਾਟ ਯੂਜ਼ ਲੈਂਡਲਾਈਨ ਫੋਨ। ਅੱਜ ਕੱਲ੍ਹ ਤਾਂ ਮੋਬਾਈਲ ਫੋਨ ਆ ਗਏ ਨੇ, ਤੇ ਜੇ ਲੈਂਡਲਾਈਨ ਫੋਨ ਲੱਗਾ ਤੇ ਲੈਂਡਲਾਈਨ ਫੋਨ ਨਾ ਅਟੈਂਡ ਕਰੋ ਤੇ ਨਾ ਕਿਸੇ ਨੂੰ ਫੋਨ ਕਰੋ। ਠੀਕ ਹੈ, ਐਂਡ ਅਨਪਲੱਗ ਕੰਪਿਊਟਰ, ਟੀਵੀ ਐਟਸੈਟਰਾ। ਤੇ ਕੋਸ਼ਿਸ਼ ਕਰੋ ਜਿਹੜੇ ਦੂਜੇ ਗੈਰ ਜ਼ਰੂਰੀ ਇਲੈਕਟ੍ਰੀਕਲ ਐਪਲਾਇੰਸਿਸ ਨੇ, ਟੈਲੀਵਿਜ਼ਨ ਹੋ ਗਿਆ, ਕੰਪਿਊਟਰ ਹੋ ਗਿਆ, ਇਹਨਾਂ ਨੂੰ ਮਤਲਬ ਕਿ ਡਾਇਰੈਕਟ ਤਾਰ ਦੇ ਨਾਲ ਨਾ ਵਰਤੋ, ਇਹਨਾਂ ਨੂੰ ਅਨਪਲੱਗ ਕਰ ਦਿਓ। ਠੀਕ ਹੈ, ਤੇ ਮਤਲਬ ਲੈਪਟਾਪ ਨੂੰ ਤੁਸੀਂ ਜਾਂ ਕੰਪਿਊਟਰ ਨੂੰ ਬੈਟਰੀ ਰਾਹੀਂ ਯੂਜ਼ ਕਰ ਸਕਦੇ ਹੋ, ਪਰ ਤਾਰਾਂ, ਇਲੈਕਟ੍ਰੀਕਲ ਤਾਰਾਂ ਜਿਹੜੀਆਂ ਨੇ ਉਹਦੇ ਰਾਹੀਂ ਇਸ ਚੀਜ਼ ਨੂੰ ਯੂਜ਼ ਨਾ ਕਰੋ। ਸੋ ਥੀਜ਼ ਆਰ ਸਮ ਆਫ ਦੀ ਮੈਜ਼ਰਸ ਵਿਚ ਯੂ ਕੈਨ ਟੇਕ ਟੂ ਪ੍ਰੋਟੈਕਟ ਯੂਰਸੈਲਫ ਫਰੋਮ ਦੀ ਲਾਈਟਨਿੰਗ। Question number 8. Explain why a charged balloon is repelled by another charged balloon. ਇੱਕ ਚਾਰਜ ਕੀਤਾ ਹੋਇਆ ਗੁਬਾਰਾ ਦੂਜੇ ਚਾਰਜ ਕੀਤੇ ਹੋਏ ਗੁਬਾਰੇ ਨੂੰ ਰਿਪੈਲ ਕਰਦਾ ਹੈ। Whereas an uncharged balloon is attracted by another charged balloon. ਪਰ ਜਿਹੜਾ ਬੈਲੂਨ ਇੱਕ ਚਾਰਜ ਨਹੀਂ ਕੀਤਾ ਹੋਇਆ ਉਹ ਦੂਜੇ ਚਾਰਜ ਕੀਤੇ ਹੋਏ ਬੈਲੂਨ ਨੂੰ ਅਟਰੈਕਟ ਕਰਦਾ ਹੈ, ਉਹ ਤੋਂ ਅਟਰੈਕਟ ਹੁੰਦਾ ਹੈ। ਠੀਕ ਹੈ, ਕਿਸ ਤਰ੍ਹਾਂ? ਆਓ ਦੇਖੀਏ। We know that the like charges repel each other.
ठीक है। हुण रबड़ दोनों गुब्बारे इक्को मटीरियल दे बने ने, ਇਹਦਾ मतलब दोनों ਨੂੰ ਜਿਹੜੇ ਰਗੜਿਆ ਜਾਏਗਾ ਤੇ ਉਹਨਾਂ ਤੇ ਇੱਕੋ ਕਿਸਮ ਦਾ ਚਾਰਜ ਆਏਗਾ। ਸੋ ਟੂ ਚਾਰਜ ਬੈਲੂਨਸ ਵਿਲ ਬੀ ਸਿਮਿਲਰਲੀ ਚਾਰਜਡ, ਉਹਨਾਂ ਦੇ ਲਾਈਕ ਚਾਰਜ ਹੋਏਗਾ। And hence one charged balloon is repelled by another charged balloon because like charges repel each other। दूजी गल, a charged body attracts an uncharged body। ਜਿਹੜੀ charged body ਹੈ ਉਹ uncharged ਨੂੰ ਹਮੇਸ਼ਾ attract ਕਰਦੀ ਹੈ। ਕਿਉਂ? ਜਿਹੜੇ charged body uncharged body ਦੇ ਨੇੜੇ ਆਉਂਦੀ ਹੈ ਤੇ ਉਹਦੇ ਨਾਲ ਕੀ ਹੁੰਦਾ ਕਿ ਉਸ uncharged body ਦੇ ਉੱਤੇ ਸਰਫੇਸ ਦੇ ਨੇੜੇ ਸਾਹਮਣੇ ਵਾਲੇ ਪਾਸੇ ਜਿਹੜਾ ਨੇੜੇ ਆ ਰਿਹਾ ਉਹਦੇ ਉੱਤੇ ਇੰਡਿਊਸਡ ਚਾਰਜ ਹੋ ਜਾਂਦਾ ਹੈ, ਉਹਨੂੰ ਕਹਿੰਦੇ ਇੰਡਿਊਸਡ ਚਾਰਜ। ਕਿਉਂਕਿ ਉਹ ਤੇ ਪੋਜ਼ਿਟਿਵ ਸੀਗਾ ਤੇ ਉਹਦੇ ਸਰਫੇਸ ਤੇ ਨੈਗੇਟਿਵ ਚਾਰਜ ਆਪਣੇ ਆਪ ਇੰਡਿਊਸ ਹੋ ਜਾਏਗਾ। ਜੇ ਉੱਤੇ ਨੈਗੇਟਿਵ ਹੋਏਗਾ ਤੇ ਦੂਜੀ ਅਨਚਾਰਜ ਬੋਡੀ ਤੇ ਪੋਜ਼ਿਟਿਵ ਚਾਰਜ ਇੰਡਿਊਸ ਹੋ ਜਾਏਗਾ ਤੇ ਦੋਨੋਂ ਪੋਜ਼ਿਟਿਵ ਹੋ ਗਏ। ਸੋ ਇਹ ਇਸ ਚੀਜ਼ ਨੂੰ ਇਸ ਤਰ੍ਹਾਂ ਸਮਝਿਆ ਜਾਂਦਾ ਹੈ, ਬਟ ਆਲਵੇਜ਼ ਰਿਮੈਂਬਰ ਦਿਸ, ਇਹ ਚੀਜ਼ ਇੱਕ ਯਾਦ ਰੱਖਣੀ ਹੈ ਕਿ ਚਾਰਜ ਬੋਡੀ ਵਿਲ ਅਟਰੈਕਟ ਐਨ ਅਨਚਾਰਜ ਬੋਡੀ। ਜਿਵੇਂ ਅ ਮੈਗਨੇਟ ਵਿਲ ਅਟਰੈਕਟ ਆਲ ਪੀਸਿਸ ਆਫ ਆਇਰਨ, ਉਹ ਸਾਰੇ ਜਿਹੜੇ ਪੀਸ ਆਫ ਆਇਰਨ ਹੈਗੇ ਨੇ ਉਹ ਸਾਰੇ ਅਨਮੈਗਨੇਟਾਈਜ਼ਡ ਹੁੰਦੇ ਨੇ, ਮੈਗਨੇਟ ਨਹੀਂ ਹੁੰਦੇ। ਬਟ ਐਨੀ ਮੈਗਨੇਟ ਚਾਹੇ ਨਾਰਥ ਪੋਲ ਹੋਏ ਚਾਹੇ ਸਾਊਥ ਪੋਲ ਹੋਏ, ਇਟ ਵਿਲ ਆਲਵੇਜ਼ ਅਟਰੈਕਟ any piece of mulki iron। ठीक है। इसी तरह any charged body will always attract another uncharged body। ठीक है, चाहे वो पॉजिटिवली चार्ज हो चाहे नेगेटिव चार्ज हो। ठीक है, वो इस करके क्योंकि वो इट इंड्यूसिस दी ऑपोजिट चार्ज ऑन दी अनचार्ज बॉडी, इस करके फिर वो दोनों ऑपोजिट चार्ज हो जाते हैं। जो तो पॉजिटिव है उत्ते नैगेटिव चार्ज इंड्यूस हो जाता है, तो दोनों पॉजिटिव हो गए, दे अट्रैक्ट ईच अदर। जो उत्ते नैगेटिव है तो उत्ते पॉजिटिव चार्ज इंड्यूस हो जाता है। ठीक है, सो यह गल याद रखनी है तुसीं कि two charged bodies will attract each other if they are oppositely charged, two charged bodies will repel each other if they are similarly charged, and one charged body will attract another uncharged body। ये तीन गल्लां ने। ठीक है, hence uncharged balloon is attracted by another charged balloon। आगे चलिए। okay, question number 9, describe with the help of a diagram an instrument which can be used to detect a charged body। so बच्चा डायग्राम बना लेना है, मैं आगे एक्सप्लेन करांगा। जैम की बॉटल ले लो खाली, पेपर क्लिप ले लो, इनू खोल लो, इत्थे एल बना लै, एल बना के इत्थे हुक बनाती, दो एल्यूमीनियम फाइल ले लियाँ 4 सेंटीमीटर लंबी 1 सेंटीमीटर चौड़ी कट लईयां। घर एल्यूमीनियम फाइल होंदी है रोटी लपेटण लई, परौंठे लपेटण लई। तो जिले ये चो खोबांगे तो खुब जाएगी, तो एक इत्ते पै गई, इत्ते लटकाती, तो दूजी भी खोब के ये पीयर्स करके दो एल्यूमीनियम फाइल जड़ियाँ ने यह हुक ते लटका दित्तियां। हुण एल्यूमीनियम फाइल इज़ मेड ऑफ एल्यूमीनियम, इट इज़ कंडक्टर ऑफ चार्ज। दिस पेपर क्लिप इज़ मेड ऑफ स्टील और आयरन, इट इज़ आल्सो कंडक्टर ऑफ चार्ज। ठीक है, यह कार्डबोर्ड है विच इज़ पुअर कंडक्टर ऑफ इलैक्ट्रिसिटी, गत्ता है, ये चों छेक करके इदा पाया गया। ठीक है, यह है पेपर, यह है पेन का रीफिल है, ਇਹਨੂੰ ਇਹ ਵਾਲੇ ਐਂਡ ਨੂੰ ਪੋਲੀਥੀਨ ਦੇ ਨਾਲ ਰਗੜ ਕੇ ਇਹਨੂੰ ਚਾਰਜ ਕਰ ਦਿੱਤਾ ਗਿਆ। ਸੋ ਜਦੋਂ ਅਸੀਂ ਇਹਨੂੰ ਇਹ ਚਾਰਜ ਐਂਡ ਹੈਗਾ ਵਾਲਾ ਇੱਥੇ ਚਾਰਜ ਹੈਗਾ, ਜਦੋਂ ਇਹਨੂੰ ਟੱਚ ਕਰਾਂਗੇ ਇਹ ਚਾਰਜ ਟਰੈਵਲ ਕਰਕੇ ਇਹਦੇ ਵਿੱਚ ਚਲਾ ਜਾਏਗਾ, ਕਿਉਂਕਿ ਇਟਸ ਮੈਟਲ ਕੰਡਕਟਸ ਚਾਰਜ। ਤੇ ਐਲੂਮੀਨੀਅਮ ਫੋਇਲ ਵੀ ਚਾਰਜ ਹੈ, ਚਾਰਜ ਇੱਥੇ ਆ ਜਾਏਗਾ। ਸੋ ਦਿਸ ਵਿਲ ਆਲਸੋ ਸਿਮਿਲਰਲੀ ਚਾਰਜ, ਦਿਸ ਵਿਲ ਆਲਸੋ ਵੀ ਸਿਮਿਲਰਲੀ ਚਾਰਜ, ਕਿਉਂਕਿ ਇੱਥੇ ਪੇਪਰ ਰਿਫਿਲ ਤੇ ਇੱਕੋ ਕਿਸਮ ਦਾ ਚਾਰਜ ਹੈਗਾ। ਸੋ ਬੋਥ ਦਾ ਐਲੂਮੀਨੀਅਮ ਫਾइल्स ਵਿਲ ਗੈਟ ਸਿਮਿਲਰ ਕਾइंड ऑफ चार्ज and we know that like charges repel each other। ਤੇ ਇਹ ਦੇਖੋ ਖੁੱਲ ਗਈਆਂ। so these two aluminum foils will repel each other। ਇਧਰੋਂ ਦੀ ਇਹ ਪਤਾ ਲੱਗ ਗਿਆ ਕਿ this refill is charged, so it can detect a charged body। ਹੁਣ ਮੈਂ ਦੂਜਾ refill ਲੈ ਕੇ ਆਵਾਂ ਜਿਹਨੂੰ ਮੈਂ ਰਗੜਿਆ ਨਹੀਂ ਹੋਇਆ, ਅਗਰ ਮੈਂ ਉਹ ਟੱਚ ਕਰਾਂਗਾ ਤੇ they will not repel each other, they will remain vertical। so ਇਧਰੋਂ ਦੀ ਇਹ ਪਤਾ ਲੱਗ ਗਿਆ ਕਿ if the aluminum foils repel then the body is charged, if the aluminum foils do not repel then the body is object is uncharged। ठीक है, आओ उन्हें एक्सप्लेनेशन देखिए, इस तरह तुसी लिख लेनी है, कॉपी कर लेनी है। ओके, a device used to detect a charged body is known as an electroscope। ਇਹ ਜਿਹੜਾ ਅਸੀਂ डिवाइस बनाया ਉੱਤੇ ਦਿਖਾਇਆ ਹੈ, ਇਹਨੂੰ ਕਿਹਾ ਜਾਂਦਾ electroscope। it detects whether it finds out whether a body is charged or not। ठीक है, take an empty jam bottle, open out a paper clip to make a hook at one end and an L on the other, take a cardboard piece little larger than the mouth of the bottle, cut two strips of aluminium foil about 4 cm into 1 cm each and hang them on the paper clip as shown। pierce a hole, एक hole बनाओ and insert the paper clip in the cardboard lid and place it on the bottle। take a charged pen refill and touch it with the end of the paper clip।
it will be seen that the foil strips repel each other and open out. ठीक है, the aluminium foil strips receive the same charge from the charge refill through the paper clip and thus they repel each other. This shows that the refill is charged. If an uncharged object is touched with the paper clip, the aluminium foils will not open out. So this way a charged body can be detected. If the body is charged, aluminium foils will repel each other. If the body is uncharged, the aluminium foils will remain vertical, will remain collapsed, will remain in the normal state. They will not repel each other. ठीक है जी, आगे चलिए. Question number 10. List 3 states in India where earthquakes are more likely to strike. ਉਹ 3 ਸੂਬਿਆਂ ਦਾ ਨਾਮ ਦੱਸੋ ਇੰਡੀਆ ਵਿੱਚ ਜਿੱਥੇ ਭੂਚਾਲ ਆਉਣ ਦੀ ਸੰਭਾਵਨਾ ਜ਼ਿਆਦਾ ਹੈ. ਤੁਹਾਨੂੰ ਦੱਸਿਆ ਬੱਚਿਓ ਕਿ earthquakes are more common where there are seismic zones or fault zones. ਤੇ fault zones ਕਿਹੜੇ ਨੇ? They are the boundaries of the plates. These are the lines where the fragmented plates, the fragments of the earth's crust, ਜਿਹੜੀ plates ਹੈਗੀਆਂ ਉਹ ਜਿੱਥੇ ਮਿਲਦੀਆਂ ਨੇ. ਸੋ ਜਿਹੜੇ joints ਹੈਗੇ ਨੇ ਜਿੱਥੇ ਮਿਲਦੀਆਂ ਨੇ ਉਹਨਾਂ ਨੂੰ ਕਿਹਾ ਜਾਂਦਾ ਹੈ fault zones ਔਰ seismic zones. ਤੇ ਉੱਥੇ ਹੀ ਭੂਚਾਲ ਆਉਣ ਦਾ ਖਤਰਾ ਸਭ ਤੋਂ ਜ਼ਿਆਦਾ ਹੈ. ਸੋ ਜਿਹੜੀ ਧਰਤੀ ਦੀ ਸਟੱਡੀ ਕੀਤੀ ਹੈ ਜੀਓਲੋਜਿਸਟ ਨੇ, ਸੈਜ਼ਮੋਲੋਜਿਸਟ ਨੇ, ਉਧਰੋਂ ਪਤਾ ਲਗਾਇਆ ਕੁਛ ਏਰੀਏ. ਸੋ ਜਿਹੜੇ ਏਰੀਏ ਨੇ ਜਿੱਥੇ ਆਉਣ ਦੀ ਸੰਭਾਵਨਾ ਜ਼ਿਆਦਾ ਹੈ ਉਹ ਹੈ ਗੁਜਰਾਤ, ਅਸਾਮ ਐਂਡ ਜੰਮੂ ਐਂਡ ਕਸ਼ਮੀਰ are 3 states in India where earthquakes are more likely to strike. आगे चलिए. 11. Suppose you are outside your home. ਮੰਨ ਲਓ ਤੁਸੀਂ ਘਰ ਤੋਂ ਬਾਹਰ ਹੈਗੇ ਹੋ and an earthquake strikes. ਅਤੇ ਭੂਚਾਲ ਆ ਜਾਂਦਾ ਹੈ. What precaution would you take to protect yourself? ਤੁਸੀਂ ਆਪਣਾ ਬਚਾਅ ਕਰਨ ਲਈ, ਆਪਣੇ ਆਪ ਨੂੰ ਬਚਾਉਣ ਲਈ ਕਿਹੜੀ ਸਾਵਧਾਨੀ ਵਰਤੋਗੇ? ਸੋ ਇਹਦਾ ਜਵਾਬ ਹੈ I would take following precautions to protect myself. ਮੈਂ ਆਪਣੇ ਆਪ ਨੂੰ ਬਚਾਉਣ ਲਈ ਹੇਠ ਲਿਖੀਆਂ ਸਾਵਧਾਨੀਆਂ ਵਰਤਾਂਗਾ. ਪਹਿਲੀ, I will move to clear spot. ਮਤਲਬ ਖੁੱਲ੍ਹੇ ਥਾਂ ਤੇ ਮੈਂ ਜਾਣ ਦੀ ਕੋਸ਼ਿਸ਼ ਕਰਾਂਗਾ. ਕਿੱਥੇ? Away from buildings. ਮਤਲਬ ਇਮਾਰਤਾਂ ਤੋਂ ਦੂਰ, trees ਰੁੱਖਾਂ ਤੋਂ ਦੂਰ, ਪੇੜਾਂ ਤੋਂ ਦੂਰ, ਪੋਲਸ ਖੰਭਿਆਂ ਤੋਂ ਦੂਰ ਐਂਡ ਇਲੈਕਟ੍ਰਿਕ ਵਾਇਰਸ. ਇਲੈਕਟ੍ਰਿਕ ਵਾਇਰਸ ਤੋਂ, ਬਿਜਲੀ ਦੀ ਤਾਰਾਂ ਤੋਂ, ਖੰਭਿਆਂ ਤੋਂ, ਰੁੱਖਾਂ ਤੋਂ, ਬਿਲਡਿੰਗਾਂ ਤੋਂ ਦੂਰ ਖੁੱਲ੍ਹੇ ਥਾਂ ਤੇ ਮੈਂ ਜਾਵਾਂਗਾ. ਪਹਿਲਾ ਕਦਮ ਹੈ ਵੇ. ਇਫ ਟਰੈਵਲਿੰਗ, ਤੇ ਜੇ ਮੈਂ ਸਫ਼ਰ ਕਰ ਰਿਹਾ ਮਤਲਬ ਕਿਸੇ ਗੱਡੀ ਵਿੱਚ, I would drive slowly to a clear spot. ਫਿਰ ਮੈਂ ਹੌਲੀ ਜਿਹੀ ਗੱਡੀ ਚਲਾ ਕੇ ਖੁੱਲ੍ਹੇ ਥਾਂ ਤੇ ਲੈ ਜਾਵਾਂਗਾ. ਐਂਡ ਰਿਮੇਨ ਇਨਸਾਈਡ, ਅੰਦਰ ਰਵਾਂਗਾ. ਐਂਡ ਵੇਟ ਫॉर ਦੀ ਟ੍ਰੈਮਰਸ ਟੂ ਸਟਾਪ. ਅਤੇ ਇਸ ਗੱਲ ਦੀ ਉਡੀਕ ਕਰਾਂਗਾ ਕਿ ਜਿਹੜੀ ਉਹ ਹਲਚਲ ਹੋ ਰਹੀ ਹੈ, ਜਿਹੜਾ ਭੂਚਾਲ ਚੱਲ ਰਿਹਾ ਹੈ ਉਹ ਰੁਕ ਜਾਵੇ. ਤਦ ਤੱਕ ਮੈਂ ਆਪਣੀ ਗੱਡੀ 'ਚ ਇਸੀ ਤਰ੍ਹਾਂ ਬੈਠਾ ਰਵਾਂਗਾ. ਠੀਕ ਹੈ. ਸੋ ਦੀਜ਼ ਆਰ ਦੀ ਪ੍ਰੀਕਾਸ਼ਨਸ which I would take to protect myself in the event of an earthquake. ठीक है, आगे चलिए. Question number 10. It is the last question of this video and of this exercise. The weather department has predicted a thunderstorm. मौसम विभाग ने यह भविष्यवाणी की है कि तूफान आने वाला है. ठीक है. Is likely to occur on a certain day. खास दिन पे. Suppose you have to go out on that day. ਤੇ ਮੰਨ ਲਓ ਤੁਸੀਂ ਉਸੇ ਦਿਨ ਕਿਸੇ ਕੰਮ ਨੂੰ ਬਾਹਰ ਜਾਣਾ ਹੈ. Would you carry an umbrella? ਕੀ ਤੁਸੀਂ ਛਤਰੀ ਲੈ ਕੇ ਜਾਓਗੇ? Explain. ਇਹਦੇ ਬਾਰੇ ਤੁਸੀਂ ਕਾਰਨ ਦੱਸੋ, ਸਮਝਾਓ. ਤੇਰਾ ਜਵਾਬ ਹੈ no, ਨਹੀਂ. I would not carry an umbrella when there is a prediction of thunderstorm. ਮੈਂ ਛਤਰੀ ਲੈ ਕੇ ਨਹੀਂ ਜਾਵਾਂਗਾ ਜੇ ਤੂਫਾਨ ਦੀ ਭਵਿੱਖਬਾਣੀ ਹੈ. Because ਕਿਉਂਕਿ there would be lightning. ਕਿਉਂਕਿ ਜੇ thunderstorm ਹੈਗਾ ਤੇ ਉੱਥੇ ਬਿਜਲੀ ਜ਼ਰੂਰ ਕੜਕੇਗੀ. ਠੀਕ ਹੈ. An umbrella has a metallic handle. ਜਿਹੜਾ ਛਤਰੀ ਹੈ ਉਹਦਾ ਜਿਹੜਾ ਹੈਂਡਲ ਹੁੰਦਾ ਉਹ ਕਿਹਦਾ ਬਣਿਆ ਹੁੰਦਾ? ਲੋਹੇ ਦਾ, ਕ੍ਰੋਮ ਪਲੇਟਿਡ, ਹੈ ਨਾ, ਸਟੀਲ ਦਾ. ਐਂਡ ਫਰੇਮ, ਅਤੇ ਉਹਦਾ ਜਿਹੜੀਆਂ ਉਹ ਤਾਰਾਂ ਹੁੰਦੀਆਂ ਜਿਹਨਾਂ ਖੁੱਲ੍ਹਦਾ ਅਤੇ ਇਕੱਠਾ ਹੁੰਦਾ, ਕੋਲੈਪਸ ਹੁੰਦੀਆਂ, ਹਿੰਜ ਜਿਹੜੀਆਂ ਉਹ ਵੀ ਕਿਹਦੀਆਂ ਬਣੀਆਂ ਹੁੰਦੀਆਂ? ਜਿਸਤ ਦੀਆਂ ਹੁੰਦੀਆਂ, ਮਤਲਬ ਕਿ ਗੈਲਵੇਨਾਈਜ਼ਡ ਆਇਰਨ ਦੀਆਂ ਹੁੰਦੀਆਂ, ਸਟੀਲ ਦੀਆਂ ਹੁੰਦੀਆਂ ਜਾਂ ਲੋਹੇ ਦੀਆਂ ਹੁੰਦੀਆਂ, ਮਤਲਬ ਕਿਸੇ ਧਾਤੂ ਦੀਆਂ ਹੁੰਦੀਆਂ. ਦੇ ਆਰ ਕੰਡਕਟਰਸ ਆਫ ਇਲੈਕਟ੍ਰੀਸਿਟੀ. ਦਸ ਇਜ਼ ਐਨ, ਇੱਥੇ ਬੱਚੋ ਇਟ ਬੁਲਾ ਲਓ, ਇੱਥੇ ਇਟ ਆਏਗਾ, ਮਤਲਬ 10 ਮੈਨੇ 10 ਇਟ ਇਜ਼ ਐਨ, ਇਟ ਮੈਨੇ ਅੰਬਰੇਲਾ. 10 ਇਟ ਇਜ਼ ਐਨ, ਇੱਥੇ ਇਟ ਲਿਖ ਲੈਣਾ ਹੈ 10 ਤੋਂ ਬਾਅਦ ਇਟ. ਇਟ ਇਜ਼ ਐਨ ਈਜ਼ੀ ਐਂਡ ਕੁਇਕ ਪਾਥਵੇ. ਇਹ ਸੌਖਾ ਅਤੇ ਤੇਜ਼ ਰਸਤਾ ਹੈ ਫॉर ਦੀ ਇਲੈਕਟ੍ਰਿਕ ਡਿਸਚਾਰਜ, ਬਿਜਲੀ ਦੇ ਪਾਸ ਹੋਣ. ਜਿੱਦਾਂ ਲਾਈਟਨਿੰਗ ਕੰਡਕਟਰ ਨਹੀਂ ਹੁੰਦਾ ਬਿਲਡਿੰਗਾਂ ਵਿੱਚ, ਇਸ ਤਰ੍ਹਾਂ ਮਤਲਬ ਕਿ ਤੁਸੀਂ ਤਾਂ ਮਤਲਬ ਕਿ ਇਹਨਾਂ ਵੀ ਤੁਹਾਡੇ ਤੇ ਬਿਜਲੀ ਬੇਸ਼ੱਕ ਥੋੜ੍ਹੀ ਜੇ ਉਹ ਲਾਈਟ ਹੈਗੀ, ਹਲਕੀ ਹੈਗੀ, ਨਾ ਪਵੇ,
पर जे छतरी होगी फिर तो चांस वध जाएगा। एंड इलैक्ट्रिक शॉक, ਇਹਦਾ ਮਤਲਬ ਹੈ ਵੇ ਕਿ ਇਟ ਇਜ਼ ਐਨ ਈਜ਼ੀ ਐਂਡ ਕੁਇਕ ਪਾਥਵੇ ਫॉर ਦੀ ਇਲੈਕਟ੍ਰਿਕ ਡਿਸਚਾਰਜ ਐਂਡ ਇਲੈਕਟ੍ਰਿਕ ਸ਼ੌਕ। ਮਤਲਬ ਕਿ ਇਹ ਬਿਜਲੀ ਦਾ ਝਟਕਾ ਲੱਗਣ ਦਾ, ਬਿਜਲੀ ਰਾਹੀਂ ਮਤਲਬ ਕਿ ਸੱਟ ਲੱਗਣ ਦਾ, ਨੁਕਸਾਨੇ ਜਾਣ ਦਾ ਬਹੁਤ ਜ਼ਿਆਦਾ ਖਤਰਾ ਵੱਧ ਜਾਏਗਾ ਜੇ ਥੰਡਰ ਸਟੋਰਮ ਦੇ ਵਿੱਚ, ਇਹੋ ਜਿਹੇ ਤੂਫਾਨ ਦੇ ਵਿੱਚ ਅਸੀਂ ਜਿਹੜੀ ਛਤਰੀ ਹੈ ਉਹਨੂੰ ਵਰਤਾਂਗੇ। ਸੋ ਵਿਦ ਦਿਸ ਵੀ ਕਮ ਟੂ ਦੀ ਐਂਡ ਆਫ ਦਿਸ ਐਕਸਰਸਾਈਜ਼। ਸੋ ਮੈਂ ਆਸ ਕਰਦਾ ਕਿ ਸਾਰੇ ਕੁਐਸਚਨਸ ਦੇ ਆਨਸਰ ਤੁਸੀਂ ਲਿਖ ਲਏ ਹੋਣਗੇ ਅਤੇ ਆਨਸਰਸ ਨੂੰ ਚੰਗੀ ਤਰ੍ਹਾਂ ਸਮਝ ਲਿਆ ਹੋਵੇਗਾ। ਜਿਹੜੀ ਬਾਕੀ ਬਚੀਆਂ ਹੋਈਆਂ ਐਕਸਰਸਾਈਜ਼ ਨੇ ਉਹ ਵੀ ਤੁਹਾਡੇ ਲਈ ਆਉਂਦੇ ਦਿਨਾਂ ਵਿੱਚ ਲੈ ਕੇ ਆਵਾਂਗੇ ਅਤੇ ਛੇਤੀ ਤੋਂ ਛੇਤੀ, ਜਲਦੀ ਤੋਂ ਜਲਦੀ ਵੀ ਵਿਲ ਟਰਾਈ ਟੂ ਫਿਨਿਸ਼ ਦਿਸ ਬੁੱਕ ਆਫ ਯੂਅਰਸ। ਸੋ ਅਗਲੇ ਵੀਡੀਓ ਤੱਕ ਲਈ ਗੁੱਡ ਬਾਏ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਰੱਬ ਰਾਖਾ। ਥੈਂਕ ਯੂ ਵੈਰੀ ਮਚ। ਗੋਡ ਬਲੈਸ ਯੂ ਆਲ।